ਵੈਲਕਮ ਬੈਕ ਡੀਅਰ ਸਟੂਡੈਂਟਸ। ਅੱਜ ਅਸੀਂ ਚਰਚਾ ਕਰ ਰਹੇ ਹਾਂ 8ਵੀਂ ਜਮਾਤ ਦੇ ਸਮਾਜਿਕ ਸਿੱਖਿਆ ਵਿਸ਼ੇ ਦੇ ਭਾਗ ਇਤਿਹਾਸ ਦੇ ਪਾਠ ਨੰਬਰ 13 ਬਸਤੀਵਾਦ ਅਤੇ ਕਬਾਇਲੀ ਸਮਾਜ। ਇਸ ਪਾਠ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਬਸਤੀਵਾਦ ਕੀ ਹੈ ਅਤੇ ਕਬਾਇਲੀ ਸਮਾਜ ਕਿਹੋ ਜਿਹਾ ਸੀ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜੋ ਕਬਾਇਲੀ ਜੋ ਕਬੀਲਿਆਂ ਦੇ ਵਿੱਚ ਲੋਕ ਰਹਿੰਦੇ ਸਨ ਉਹਨਾਂ ਦਾ ਗੁਜ਼ਰ ਬਸਰ ਕਿਹੋ ਜਿਹਾ ਸੀ, ਉਹਨਾਂ ਦੇ ਕੀ ਕਾਰ ਵਿਹਾਰ ਸਨ, ਕਿਹੋ ਜਿਹੇ ਉਹ ਆਪਣੇ ਕੰਮ ਧੰਦੇ ਕਰਦੇ ਸਨ, ਉਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ ਹੁੰਦਾ ਸੀ ਅਤੇ ਕਿਸ ਤਰੀਕੇ ਨਾਲ ਉਹਨਾਂ ਦੇ ਜੋ ਕਬੀਲਾ ਹੈ ਉਹ ਆਪਸ ਦੇ ਵਿੱਚ ਉਹਨਾਂ ਦੇ ਜੋ ਸੰਬੰਧ ਸਨ ਉਹ ਕਿਹੋ ਜਿਹੇ ਹੁੰਦੇ ਸਨ ਅਤੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਇਹਨਾਂ ਕਬੀਲਿਆਂ ਦੇ ਉੱਪਰ ਕੀ ਪ੍ਰਭਾਵ ਪਏ, ਜਿਸ ਕਾਰਨ ਕਿ ਇਹ ਕਬੀਲਿਆਂ ਦੇ ਲੋਕ ਨੇ ਜਿਹੜੇ ਉਹ ਅੰਗਰੇਜ਼ਾਂ ਦੇ ਖਿਲਾਫ ਉੱਠ ਖੜ੍ਹੇ ਹੋਏ ਅਤੇ ਅੰਗਰੇਜ਼ਾਂ ਦੇ ਖਿਲਾਫ ਲਗਾਤਾਰ ਉਹਨਾਂ ਨੇ ਸੰਘਰਸ਼ ਕਰਨੇ ਸ਼ੁਰੂ ਕਰ ਦਿੱਤੇ। ਅਸੀਂ ਇਸ ਪਾਠ ਦੇ ਵਿੱਚ ਚਰਚਾ ਕਰਾਂਗੇ ਉਹਨਾਂ ਸਾਰੇ ਹੀ ਟੌਪਿਕਸ ਦੇ ਉੱਪਰ ਜਿਨ੍ਹਾਂ ਨੇ ਇਹਨਾਂ ਦੇ ਜੋ ਜੀਵਨ ਹੈ ਉਸ ਨੂੰ ਪ੍ਰਭਾਵਿਤ ਕੀਤਾ ਅਤੇ ਕਬੀਲਿਆਂ ਦਾ ਜੋ ਤਾਣਾ ਬਾਣਾ ਹੈ ਉਸ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਪਾਠ। ਕਬਾਇਲੀ ਸਮਾਜ ਜਾਂ ਆਦੀਵਾਸੀ ਲੋਕ ਭਾਰਤ ਦੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ। 1991 ਦੀ ਜਨਗਣਨਾ ਦੇ ਅਨੁਸਾਰ ਜੋ ਆਬਾਦੀ ਹੈ ਉਸ ਦੀ ਇੱਥੇ ਗਿਣਤੀ ਦਿੱਤੀ ਗਈ ਹੈ। ਇਹਨਾਂ ਕਬੀਲਿਆਂ ਦਾ ਸਭ ਤੋਂ ਵੱਡਾ ਹਿੱਸਾ ਕਈ ਰਾਜਾਂ ਜਿਵੇਂ ਕਿ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਵਿੱਚ ਰਹਿੰਦਾ ਸੀ। ਆਓ ਨਕਸ਼ੇ ਦੇ ਜ਼ਰੀਏ ਇਸ ਨੂੰ ਦੇਖ ਲੈਂਦੇ ਹਾਂ। ਤੁਹਾਡੇ ਸਾਹਮਣੇ ਭਾਰਤ ਦਾ ਨਕਸ਼ਾ ਹੈ। ਇੱਥੇ ਜੋ ਡਾਰਕ ਕੀਤਾ ਹੋਇਆ ਇਲਾਕਾ ਹੈ ਇਹ ਸਾਰਾ ਹੀ ਆਦੀਵਾਸੀ ਏਰੀਆ ਨੂੰ ਰਿਪਰੈਜ਼ੈਂਟ ਕਰਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਭਾਰਤ ਦੇ ਇਲਾਕੇ ਕਾਫੀ ਵੱਡੇ ਹਿੱਸੇ ਦੇ ਉੱਪਰ ਆਦੀਵਾਸੀ ਜੋ ਬਹੁਲ ਹੈ ਉਹ ਸਾਨੂੰ ਦਿਖਾਈ ਦੇ ਰਿਹਾ ਹੈ। ਖਾਸ ਕਰਕੇ ਮੱਧ ਭਾਰਤ ਦਾ ਇਲਾਕਾ ਅਤੇ ਉੱਤਰ ਪੂਰਬੀ ਭਾਰਤ ਦਾ ਇਲਾਕਾ ਪੂਰੀ ਤਰ੍ਹਾਂ ਨਾਲ ਆਦੀਵਾਸੀ ਜੋ ਸਮੁਦਾਇ ਹੈ, ਜੋ ਕਬੀਲੇ ਹਨ, ਉਹਨਾਂ ਤੋਂ ਢਕਿਆ ਹੋਇਆ ਹੈ। ਇਸੇ ਤਰ੍ਹਾਂ ਦੱਖਣੀ ਭਾਰਤ ਦੇ ਵਿੱਚ ਵੀ ਸਾਨੂੰ ਕੁਝ ਇਲਾਕੇ ਦਿਖਾਈ ਦੇ ਰਹੇ ਹਨ ਜਿੱਥੇ ਕਿ ਆਦੀਵਾਸੀ ਇਲਾਕੇ ਨੂੰ ਮਾਰਕ ਕੀਤਾ ਗਿਆ ਹੈ। ਮੇਰਾ ਖਿਆਲ ਹੈ ਵੀ ਸਾਰੇ ਵਿਦਿਆਰਥੀ ਇਸ ਨਕਸ਼ੇ ਦੀ ਮਦਦ ਦੇ ਨਾਲ ਇਹ ਚੰਗੀ ਤਰ੍ਹਾਂ ਨਾਲ ਸਮਝ ਗਏ ਹੋਣਗੇ ਕਿ ਭਾਰਤ ਦੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਆਦੀਵਾਸੀ ਲੋਕ ਰਹਿੰਦੇ ਹਨ ਅਤੇ ਅਸੀਂ ਉਹਨਾਂ ਦੀ ਹੀ ਇਸ ਪਾਠ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ। ਦਿਖਾਏ ਹੋਏ ਨਕਸ਼ੇ 'ਤੇ ਉਹ ਸਾਰੇ ਹੀ ਇਲਾਕੇ ਜਿਨ੍ਹਾਂ ਦਾ ਅਸੀਂ ਇੱਥੇ ਜ਼ਿਕਰ ਕੀਤਾ ਹੈ ਉਹ ਸਾਰੇ ਹੀ ਰਾਜ ਉਸ ਦੇ ਵਿੱਚ ਕਵਰ ਸਨ। ਇਸ ਤੋਂ ਇਲਾਵਾ ਕਈ ਛੋਟੇ-ਮੋਟੇ ਰਾਜ ਵੀ ਜਿਵੇਂ ਕਿ ਸਿੱਕਮ, ਗੋਆ, ਮਿਜ਼ੋਰਮ, ਦਾਦਰਾ ਨਗਰ ਹਵੇਲੀ, ਲਕਸ਼ਦੀਪ ਅਤੇ ਅੰਡੇਮਾਨ ਅਤੇ ਨਿਕੋਬਾਰ। ਇਹ ਵੀ ਯਾਦ ਰੱਖਣਾ ਹੈ ਜੋ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਹੈ ਉਹ ਵੀ ਪੂਰੀ ਤਰ੍ਹਾਂ ਨਾਲ ਆਦੀਵਾਸੀਆਂ ਨਾਲ ਘਿਰਿਆ ਹੋਇਆ ਦੀਪ ਸਮੂਹ ਹੈ। ਇਸ ਤੋਂ ਇਲਾਵਾ ਅਸੀਂ ਇੱਥੇ ਚਰਚਾ ਕਰ ਲੈਂਦੇ ਹਾਂ ਕਿ ਜੋ ਆਦੀਵਾਸੀ ਹਨ ਉਹ ਕਈ ਸਾਰੇ ਕਬੀਲਿਆਂ ਦੇ ਵਿੱਚ ਅੱਗੇ ਵੰਡੇ ਹੋਏ ਹਨ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਹਨ ਗੌਂਡ, ਭੀਲ, ਸੰਥਾਲ, ਮੀਜ਼ੋ ਆਦਿ ਕਬੀਲੇ। ਆਓ ਇੱਕ ਵਾਰ ਫਿਰ ਨਕਸ਼ੇ 'ਤੇ ਕਬੀਲਾਵਾਰ ਇਹਨਾਂ ਕਬੀਲਿਆਂ ਨੂੰ ਆਪਾਂ ਦੇਖ ਲੈਂਦੇ ਹਾਂ। ਭਾਰਤ ਦਾ ਨਕਸ਼ਾ ਹੈ, ਇਸ 'ਤੇ ਜੋ ਡਾਰਕ ਕੀਤਾ ਹੋਇਆ ਕਲਰ ਹੈ ਇਹ ਗੌਂਡ ਜੋ ਆਦੀਵਾਸੀ ਹਨ, ਕਬੀਲੇ ਦੇ ਲੋਕ ਹਨ, ਉਹਨਾਂ ਨੂੰ ਦਿਖਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਕਿ ਕਾਫੀ ਵੱਡੇ ਇਲਾਕੇ ਦੇ ਉੱਪਰ ਭਾਰਤ ਦੇ ਕਾਫੀ ਜ਼ਿਆਦਾ ਵੱਡੇ ਹਿੱਸੇ ਦੇ ਉੱਪਰ ਗੌਂਡ ਜੋ ਆਦੀਵਾਸੀ ਲੋਕ ਹਨ ਉਹ ਰਹਿੰਦੇ ਹਨ। ਅਗਲੇ ਨਕਸ਼ੇ 'ਤੇ ਤੁਸੀਂ ਦੇਖ ਸਕਦੇ ਹੋ ਜੋ ਭੀਲ ਲੋਕ ਹਨ ਉਹਨਾਂ ਨੂੰ ਦਿਖਾਉਂਦਾ ਹੋਇਆ ਇਹ ਨਕਸ਼ਾ ਹੈ। ਤੁਸੀਂ ਦੇਖ ਰਹੇ ਹੋ ਕਿ ਦੇਸ਼ ਦੇ ਪੱਛਮੀ ਹਿੱਸੇ ਵੱਲ ਜੋ ਜ਼ਿਆਦਾਤਰ ਇਲਾਕਾ ਹੈ ਉਸ ਦੇ ਉੱਪਰ ਭੀਲ ਕਬੀਲੇ ਦੇ ਲੋਕ ਰਹਿੰਦੇ ਹਨ। ਇਹਨਾਂ ਦੀ ਗਿਣਤੀ ਸਾਰੇ ਹੀ ਦੇਸ਼ ਦੇ ਵਿੱਚ ਇਕਸਾਰ ਨਹੀਂ ਹੈ, ਕਿਤੇ ਕੁਝ ਜ਼ਿਆਦਾ ਕੰਸਨਟ੍ਰੇਸ਼ਨ ਹੈ, ਕਿਤੇ ਕੁਝ ਘੱਟ ਹੈ। ਇਸ ਤੋਂ ਅਗਲੇ ਨਕਸ਼ੇ ਦੇ ਜ਼ਰੀਏ ਅਸੀਂ ਦੇਖਦੇ ਹਾਂ ਸੰਥਾਲ ਕਬੀਲੇ ਨੂੰ। ਤੁਸੀਂ ਦੇਖ ਰਹੇ ਹੋ ਕਿ ਦੇਸ਼ ਦੇ ਪੂਰਬ ਵਾਲੇ ਹਿੱਸੇ ਵੱਲ ਜਿੱਧਰ ਬੰਗਲਾਦੇਸ਼ ਹੈ ਉੱਥੇ ਜੋ ਡਾਰਕ ਕੀਤਾ ਹੋਇਆ ਕਲਰ ਹੈ ਇਹ ਦਿਖਾ ਰਿਹਾ ਹੈ ਸੰਥਾਲ ਇਲਾਕੇ ਨੂੰ। ਮੇਰਾ ਖਿਆਲ ਹੈ ਵੀ ਤੁਹਾਨੂੰ ਇਹ ਸਮਝ ਆਇਆ ਹੋਵੇਗਾ। ਇੱਕ ਹੋਰ ਨਕਸ਼ੇ ਦੇ ਜ਼ਰੀਏ ਜੋ ਕਿ ਉੱਤਰ ਪੂਰਬੀ ਭਾਰਤ ਦਾ ਹੀ ਨਕਸ਼ਾ ਹੈ ਜਿਸ ਦੇ ਵਿੱਚ ਛੋਟੇ-ਛੋਟੇ ਜੋ ਰਾਜ ਹਨ, 7 ਸਿਸਟਰਸ, ਉਹ ਦਿਖਾਈ ਦੇ ਰਹੇ ਹਨ। ਇਹਨਾਂ ਦੇ ਵਿੱਚ ਬਸੇ ਹੋਏ ਕਬੀਲਿਆਂ ਨੂੰ ਇੱਥੇ ਦਿਖਾਇਆ ਗਿਆ ਹੈ। ਮੇਰਾ ਸਲਾਹ ਹੈ ਸਾਰੇ ਬੱਚਿਆਂ ਨੂੰ ਕਿ ਜ਼ੂਮ ਕਰਕੇ ਇਸ ਨਕਸ਼ੇ ਨੂੰ ਚੰਗੀ ਤਰ੍ਹਾਂ ਨਾਲ ਸਮਝ ਲੈਣ ਤਾਂ ਕਿ ਇੱਥੇ ਜੋ ਛੋਟੇ-ਛੋਟੇ ਕਬੀਲੇ ਹਨ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਕਾਫੀ ਜ਼ਿਆਦਾ ਵੱਡੇ ਪੱਧਰ 'ਤੇ ਟੱਕਰ ਦਿੱਤੀ, ਉਹਨਾਂ ਸਾਰੇ ਹੀ ਕਬੀਲਿਆਂ ਨੂੰ ਅਸੀਂ ਸਮਝ ਸਕੀਏ, ਉਹਨਾਂ ਦੀ ਲੋਕੇਸ਼ਨ ਨੂੰ ਜਾਣ ਸਕੀਏ, ਤਾਂ ਹੀ ਅਸੀਂ ਇਸ ਪਾਠ ਨੂੰ ਅੱਗੇ ਚੰਗੀ ਤਰ੍ਹਾਂ ਨਾਲ ਸਮਝ ਸਕਾਂਗੇ। ਇੱਥੇ ਤੁਹਾਡੇ ਸਾਹਮਣੇ ਇੱਕ ਨਕਸ਼ਾ ਹੈ ਜੋ 2001 ਦੇ ਡੇਟਾ ਨੂੰ ਬੇਸ ਬਣਾ ਕੇ ਬਣਾਇਆ ਗਿਆ ਹੈ ਜਿਸ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜੋ ਆਦੀਵਾਸੀ ਲੋਕ ਹਨ ਉਹਨਾਂ ਦੀ ਗਿਣਤੀ ਨੂੰ ਦਿਖਾਇਆ ਗਿਆ ਹੈ। ਇਸ ਨੂੰ ਦੋ ਹਿੱਸਿਆਂ ਦੇ ਵਿੱਚ ਅਸੀਂ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਨਕਸ਼ਾ ਕਰਕੇ ਇਸ ਨੂੰ ਸਮਝ ਲੈਂਦੇ ਹਾਂ। ਇਹ ਤੁਹਾਡੇ ਸਾਹਮਣੇ ਦੱਖਣੀ ਭਾਰਤ ਦਾ ਨਕਸ਼ਾ ਹੈ। ਇੱਥੇ ਤੁਸੀਂ ਸਪੈਸ਼ਲ ਦੇਖ ਸਕਦੇ ਹੋ ਕਿ ਕਿਹੜੇ ਇਲਾਕੇ ਦੇ ਲਈ ਕੀ ਸਿੰਬਲ ਦਿੱਤੇ ਹੋਏ ਹਨ। ਸਭ ਤੋਂ ਜ਼ਿਆਦਾ ਜੋ 40% ਤੋਂ ਅਬਵ ਵਾਲੇ ਇਲਾਕੇ ਹਨ ਉਹਨਾਂ ਨੂੰ ਲੱਭੋ ਅਤੇ ਨਕਸ਼ੇ ਦੇ ਉੱਪਰ ਭਰੋ। ਇਹ ਤੁਹਾਡੇ ਲਈ ਇੱਕ ਹੋਮਵਰਕ ਦੀ ਤਰ੍ਹਾਂ ਹੈ। ਇਹ ਸਾਰੇ ਹੀ ਨਕਸ਼ੇ ਮੈਂ ਮਾजिद हुसैन जो एक जोग्राफी की बुक है उस चों लए हैं।
ਉਮੀਦ ਹੈ ਤੁਹਾਨੂੰ ਇਹ ਸਾਰੇ ਨਕਸ਼ਿਆਂ ਦੇ ਜ਼ਰੀਏ ਕਾफ़ी ज़्यादा ਕਲੀਅਰਟੀ ਹੋਈ ਹੋਵੇਗੀ ਕਿ ਭਾਰਤ ਦੇ ਕਿਹੜੇ ਇਲਾਕੇ ਦੇ ਵਿੱਚ ਆਦੀਵਾਸੀ ਲੋਕਾਂ ਦੀ ਗਿਣਤੀ ਕਿੰਨੀ ਜ਼ਿਆਦਾ ਹੈ। ਜਿਵੇਂ ਕਿ ਦਿੱਤੇ ਹੋਏ ਨਕਸ਼ਿਆਂ ਦੀ ਮਦਦ ਦੇ ਨਾਲ ਅਸੀਂ ਦੇਖਿਆ ਸੀ ਕਿ ਭਾਰਤ ਦੇ ਸਭ ਤੋਂ ਜ਼ਿਆਦਾ ਇਲਾਕੇ ਦੇ ਉੱਪਰ ਫੈਲੇ ਹੋਏ ਜੋ ਕਬੀਲਾ ਹੈ ਉਸ ਦਾ ਨਾਮ ਹੈ ਗੌਂਡ ਕਬੀਲਾ। ਬਾਕੀ ਦੇ ਸਾਰੇ ਕਬੀਲਿਆਂ ਦੀ ਗਿਣਤੀ ਭਾਰਤ ਦੇ ਨਕਸ਼ੇ ਦੇ ਉੱਪਰ ਕਾफ़ी ज़्यादा ਘੱਟ ਹੈ। ਬਰਤਾਨਵੀ ਰਾਜ ਜਦੋਂ ਕਿ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ ਤਾਂ ਉਹਨਾਂ ਨੇ ਇਹਨਾਂ ਆਦੀਵਾਸੀਆਂ ਦੇ ਜੀਵਨ, ਆਰਥਿਕ ਵਿਵਸਥਾ ਅਤੇ ਸਮਾਜ ਬਾਰੇ ਕਾफ़ੀ ਜ਼ਿਆਦਾ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਆਦੀਵਾਸੀ ਲੋਕਾਂ ਵਿੱਚੋਂ 63% ਲੋਕ ਪਹਾੜੀ ਅਤੇ ਜੰਗਲੀ ਖੇਤਰ ਵਿੱਚ, 2.2% ਲੋਕ ਟਾਪੂਆਂ ਵਿੱਚ ਅਤੇ 1.6% ਲੋਕ ਅਰਧ ਠੰਡੇ ਇਲਾਕਿਆਂ ਵਿੱਚ ਰਹਿੰਦੇ ਹਨ। ਬਾਕੀ ਦੇ ਲੋਕ ਹੋਰਨਾਂ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ। ਇਹ ਲੋਕ 1 ਜਾਂ 2 ਕਮਰਿਆਂ ਵਾਲੀਆਂ ਝੋਪੜੀਆਂ ਦੇ ਵਿੱਚ ਰਹਿੰਦੇ ਹਨ ਜੋ ਕਿ ਬਿਨਾਂ ਕਿਸੇ ਤਰਤੀਬ ਤੋਂ 2 ਜਾਂ 4 ਆਹਮਣੇ ਸਾਹਮਣੇ ਜਾਂ ਕਈ ਵਾਰ ਬਿਨਾਂ ਕਿਸੇ ਤਰਤੀਬ ਤੋਂ ਬਣੀਆਂ ਹੁੰਦੀਆਂ ਹਨ। ਇਹਨਾਂ ਦੇ ਆਲੇ ਦੁਆਲੇ ਦਰਖਤਾਂ ਦੇ ਵੱਡੇ ਸਾਰੇ ਝੁੰਡ ਹੁੰਦੇ ਹਨ ਅਤੇ ਇਹ ਆਪਣੇ ਗੁਜ਼ਰ ਬਸਰ ਦੇ ਲਈ ਭੇਡਾਂ, ਬੱਕਰੀਆਂ ਅਤੇ ਹੋਰ ਪਾਲਤੂ ਜਾਨਵਰ ਪਾਲਦੇ ਹਨ। ਇਹ ਆਦੀਵਾਸੀ ਆਪਣੇ ਆਲੇ ਦੁਆਲੇ ਦੇ ਕੁਦਰਤੀ ਅਤੇ ਭੌਤਿਕ ਸਾਧਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਨ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਇਹਨਾਂ ਸਾਧਨਾਂ ਦੇ ਉੱਪਰ ਹੀ, ਕੁਦਰਤੀ ਅਤੇ ਭੌਤਿਕ ਸਾਧਨਾਂ ਦੇ ਉੱਪਰ ਹੀ ਨਿਰਭਰ ਹੁੰਦੇ ਹਨ। ਇਹ ਕਈ ਪ੍ਰਕਾਰ ਦੇ ਹੋਰ ਆਰਥਿਕ ਧੰਦੇ ਜਿਵੇਂ ਕਿ ਸ਼ਿਕਾਰ ਕਰਨਾ, ਲਗਭਗ ਸਾਰੇ ਹੀ ਕਬੀਲਿਆਂ ਦੇ ਵਾਸੀ ਇੱਕ ਵਧੀਆ ਸ਼ਿਕਾਰੀ ਹੁੰਦੇ ਹਨ ਕਿਉਂਕਿ ਇਹ ਆਪਣੇ ਬਚਪਨ ਤੋਂ ਹੀ ਸ਼ਿਕਾਰ ਕਰਨ ਦੇ ਜੋ ਗੁਣ ਹਨ ਉਹ ਸਿੱਖ ਜਾਂਦੇ ਹਨ ਅਤੇ ਗਰੁੱਪ ਦੇ ਵਿੱਚ ਮਛਲੀ ਫੜਨਾ ਜਾਂ ਜਾਨਵਰਾਂ ਦਾ ਸ਼ਿਕਾਰ ਕਰਨਾ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਕਾफ़ੀ ਜ਼ਿਆਦਾ ਸ਼ਾਮਲ ਰਹਿੰਦੇ ਹਨ। ਇਸ ਤੋਂ ਇਲਾਵਾ ਸ਼ਹਿਦ ਇਕੱਠਾ ਕਰਨਾ, ਜੜੀ ਬੂਟੀਆਂ ਇਕੱਠਾ ਕਰਨਾ ਅਤੇ ਕੁਝ ਹੱਥ ਦਾ ਬਣਿਆ ਹੋਇਆ ਸਮਾਨ ਬਣਾਉਣਾ ਆਦੀਵਾਸੀਆਂ ਦਾ ਖਾਸ ਹੁਨਰ ਹੁੰਦਾ ਹੈ। ਇਸ ਦੇ ਲਈ ਇਹ ਪੂਰੀ ਤਰ੍ਹਾਂ ਨਾਲ ਕੁਦਰਤੀ ਸਾਧਨਾਂ ਦਾ ਸਹਾਰਾ ਲੈਂਦੇ ਹਨ। ਕਬਾਇਲੀ ਸਮਾਜ ਦੇ ਲੋਕਾਂ ਦੀ ਸਭ ਤੋਂ ਮੁੱਢਲੀ ਸਮਾਜਿਕ ਇਕਾਈ ਪਰਿਵਾਰ ਹੈ ਜਿੱਥੇ ਇਸਤਰੀਆਂ ਘਰੇਲੂ, ਆਰਥਿਕ, ਸੱਭਿਆਚਾਰਕ ਕੰਮ ਕਾਜ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀਆਂ ਹਨ। ਔਰਤਾਂ ਦਾ ਮੁੱਖ ਕੰਮ ਖਾਣਾ ਬਣਾਉਣਾ, ਲੱਕੜੀਆਂ ਇਕੱਠਾ ਕਰਨਾ, ਸਫਾਈ ਕਰਨਾ ਅਤੇ ਕੱਪੜੇ ਧੋਣਾ ਹੁੰਦਾ ਹੈ। ਉਹ ਖੇਤੀਬਾੜੀ ਦੇ ਕੰਮਾਂ ਜਿਵੇਂ ਜ਼ਮੀਨ ਪੱਧਰੀ ਕਰਨਾ, ਫਸਲਾਂ ਬੀਜਣਾ, ਨਦੀਨ ਕੱਢਣੇ, ਫਸਲਾਂ ਕੱਟਣੀਆਂ, ਇਹਨਾਂ ਕੰਮਾਂ ਵਿੱਚ ਮਰਦਾਂ ਦੀ ਸਹਾਇਤਾ ਕਰਦੀਆਂ ਹਨ। ਮਰਦਾਂ ਦੇ ਮੁੱਖ ਕੰਮ ਜੰਗਲਾਂ ਦੀ ਕਟਾਈ ਕਰਨਾ, ਜ਼ਮੀਨ ਪੱਧਰੀ ਕਰਨਾ ਅਤੇ ਹਲ ਵਾਹੁਣਾ ਹੈ ਕਿਉਂਕਿ ਆਦੀਵਾਸੀ ਔਰਤਾਂ ਆਰਥਿਕ ਕੰਮ ਕਾਜ ਵਿੱਚ ਮਰਦਾਂ ਦੀ ਸਹਾਇਤਾ ਕਰਦੀਆਂ ਹਨ। ਇਸ ਕਰਕੇ ਮਰਦ ਇੱਕ ਤੋਂ ਵਧੇਰੇ ਪਤਨੀਆਂ ਰੱਖਦੇ ਹਨ। ਇਸੇ ਕਾਰਨ ਕਬਾਇਲੀ ਸਮਾਜ ਵਿੱਚ ਬਹੁ ਵਿਆਹ ਦੀ ਪ੍ਰਥਾ ਪ੍ਰਚਲਿਤ ਹੈ। ਇੱਥੋਂ ਦੇ ਜੋ ਸਮਾਜ ਹਨ ਉਹਨਾਂ ਦੇ ਵਿੱਚ ਔਰਤ ਦੀ ਇੱਜ਼ਤ ਕਾफ़ੀ ਜ਼ਿਆਦਾ ਹੁੰਦੀ ਹੈ ਕਿਉਂਕਿ ਔਰਤ ਵੀ ਉਹੀ ਸਾਰੇ ਕੰਮ ਕਰਦੀ ਹੈ ਜੋ ਕਿ ਮਰਦ ਕੰਮ ਕਰਦਾ ਹੈ। ਇਸ ਕਰਕੇ ਆਪਣੇ ਮਾਡਰਨ ਸੁਸਾਇਟੀ ਦੇ ਤੁਲਨਾ ਦੇ ਵਿੱਚ ਔਰਤਾਂ ਨੂੰ ਕਬਾਇਲੀ ਸਮਾਜ ਦੇ ਵਿੱਚ ਵਧੇਰੇ ਅਧਿਕਾਰ ਹੁੰਦੇ ਹਨ। ਅਸੀਂ ਪਿੱਛੇ ਆਦੀਵਾਸੀਆਂ ਦੇ ਕੰਮਾਂ ਤੋਂ ਇਹ ਅੰਦਾਜ਼ਾ ਜ਼ਰੂਰ ਲਾ ਲਿਆ ਹੋਵੇਗਾ ਕਿ ਜੋ ਆਦੀਵਾਸੀ ਹਨ ਉਹ ਪੂਰੀ ਤਰ੍ਹਾਂ ਨਾਲ ਜੰਗਲਾਂ ਦੇ ਉੱਪਰ ਨਿਰਭਰ ਹਨ। ਪਰ 19ਵੀਂ ਸਦੀ ਦੇ ਵਿੱਚ ਕਬਾਇਲੀ ਸਮਾਜ ਦੇ ਵਿੱਚ ਕਾफ़ੀ ਜ਼ਿਆਦਾ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਅਸੀਂ ਜਾਣਦੇ ਹਾਂ ਕਿ 19ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਭਾਰਤ ਦੇ ਵਿੱਚ ਅੰਗਰੇਜ਼ੀ ਰਾਜ ਸਥਾਪਿਤ ਹੋਣਾ ਸ਼ੁਰੂ ਹੋ ਗਿਆ ਅਤੇ ਕਬਾਇਲੀ ਸਮਾਜ ਦੇ ਲੋਕ ਜੋ ਕਿ ਪਹਿਲਾਂ ਹੀ ਵਧੇਰੇ ਗਰੀਬ ਸਨ, ਅੰਗਰੇਜ਼ੀ ਸਾਮਰਾਜ ਦੇ ਤੇਜ਼ੀ ਨਾਲ ਹੋ ਰਹੇ ਪ੍ਰਸਾਰ ਨੇ ਕਬਾਇਲੀ ਸਮਾਜ ਦੀ ਜੀਵਨ ਸ਼ੈਲੀ ਨੂੰ ਹਰ ਪੱਖੋਂ ਪ੍ਰਭਾਵਿਤ ਕੀਤਾ। ਬਰਤਾਨਵੀ ਰਾਜ ਸਮੇਂ ਪੁਰਾਣੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਬਦਲ ਦਿੱਤਾ ਗਿਆ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਕਬਾਇਲੀ ਸਮਾਜ ਅਤੇ ਉਸਦੇ ਆਰਥਿਕ ਦਸ਼ਾ ਦੇ ਉੱਪਰ ਪਿਆ। ਬਰਤਾਨਵੀ ਸਰਕਾਰ ਨੇ ਆਪਣੇ ਆਰਥਿਕ ਹਿੱਤਾਂ ਕਾਰਨ ਫਸਲਾਂ ਦਾ ਮੰਡੀਕਰਨ ਕਰ ਦਿੱਤਾ। ਬਰਤਾਨਵੀ ਸ਼ਾਸਕਾਂ ਨੇ ਅਫੀਮ ਅਤੇ ਨੀਲ ਦੀ ਖੇਤੀ ਕਰਨ ਲਈ ਕਬਾਇਲੀ ਖੇਤਰਾਂ ਦੀ ਜ਼ਮੀਨ ਉੱਪਰ ਕਬਜ਼ਾ ਕਰ ਲਿਆ। ਨੀਲ ਦੀ ਖੇਤੀ ਦੇ ਬਾਰੇ ਅਸੀਂ ਪਿਛਲੇ ਜੋ ਲੈਕਚਰ ਹੈ ਪੇਂਡੂ ਜੀਵਨ ਅਤੇ ਸਮਾਜ ਉਸ ਦੇ ਵਿੱਚ ਅਸੀਂ ਚਰਚਾ ਕਰ ਚੁੱਕੇ ਹਾਂ ਕਿ ਨੀਲ ਦੀ ਖੇਤੀ ਕੀ ਹੁੰਦੀ ਹੈ। ਜੇ ਕਿਸੇ ਬੱਚੇ ਨੇ ਨਹੀਂ ਦੇਖਿਆ ਤਾਂ ਉਹ ਜਾ ਕੇ ਉੱਥੇ ਦੇਖ ਸਕਦਾ ਹੈ। ਨੀਲ ਦੀ ਖੇਤੀ ਦੇ ਲਈ ਜੋ ਜ਼ਮੀਨ ਚਾਹੀਦੀ ਸੀ ਉਹ ਆਦੀਵਾਸੀ ਜੋ ਕਬੀਲੇ ਸਨ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਸੀ। ਆਦੀਵਾਸੀਆਂ ਦੇ ਵਿੱਚ ਇੱਕ ਖਾਸ ਪ੍ਰਥਾ ਇਹ ਹੁੰਦੀ ਹੈ ਕਿ ਜ਼ਮੀਨ ਕਿਸੇ ਦੀ ਨਿੱਜੀ ਸੰਪत्ति ਨਹੀਂ ਮੰਨੀ ਜਾਂਦੀ। ਜੋ ਵੀ ਜ਼ਮੀਨ ਦੇ ਉੱਪਰ ਰਹਿ ਰਿਹਾ ਹੈ, ਜਿਵੇਂ ਕਿ ਜੰਗਲ ਹੈ ਜੋ, ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ। ਪਰ ਅੰਗਰੇਜ਼ਾਂ ਦੇ ਆ ਜਾਣ ਤੋਂ ਬਾਅਦ ਜਦੋਂ ਕਿ ਜ਼ਮੀਨ ਨੂੰ ਇੱਕ ਨਿੱਜੀ ਸੰਪत्ति ਬਣਾ ਦਿੱਤਾ ਗਿਆ, ਇੱਕ ਵੇਚਣਯੋਗ ਜਾਂ ਖਰੀਦਣਯੋਗ ਚੀਜ਼ ਬਣਾ ਦਿੱਤਾ ਗਿਆ, ਤਾਂ ਆਦੀਵਾਸੀਆਂ ਦੇ ਇਸ ਜ਼ਮੀਨ ਦੇ ਉੱਪਰ ਕੁਝ ਲੋਕਾਂ ਨੇ ਅਧਿਕਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੰਗਰੇਜ਼ਾਂ ਨੇ ਉਸ ਅਧਿਕਾਰ ਕਰਨ ਵਾਲਿਆਂ ਨੂੰ ਹੋਰ ਜ਼ਿਆਦਾ ਹੌਸਲਾ ਦਿੱਤਾ ਤਾਂ ਕਿ ਆਦੀਵਾਸੀਆਂ ਤੋਂ ਇਹ ਜ਼ਮੀਨ ਖੋਹ ਕੇ ਉੱਥੇ ਜੋ ਅੰਗਰੇਜ਼ਾਂ ਦੇ ਹਿੱਤ ਦੀਆਂ ਫਸਲਾਂ ਹਨ ਉਹਨਾਂ ਦੀ ਬਿਜਾਈ ਸ਼ੁਰੂ ਹੋ ਸਕੇ। ਇਸ ਦੇ ਨਾਲ ਆਦੀਵਾਸੀਆਂ ਦਾ ਜੋ ਇਲਾਕਾ ਸੀ ਉਹ ਘਟਣਾ ਸ਼ੁਰੂ ਹੋ ਗਿਆ ਅਤੇ ਕਬਾਇਲੀ ਲੋਕਾਂ ਨੂੰ ਜ਼ਬਰਦਸਤੀ ਉੱਥੇ ਕੰਮ ਕਰਵਾਉਣ ਦੇ ਵਿੱਚ ਸ਼ਾਮਲ ਕਰਨਾ ਕੀਤਾ ਗਿਆ
ਅਤੇ ਇਹਨਾਂ ਜੋ ਆਦੀਵਾਸੀ ਲੋਕ ਸਨ, ਇਹਨਾਂ ਨੂੰ ਜੋ ਉੱਥੇ ਮਜ਼ਦੂਰੀ ਤੇ ਰੱਖਿਆ ਜਾਂਦਾ, ਮਜ਼ਦੂਰੀ ਦੀ ਦਰ ਵੀ ਬਹੁਤ ਜ਼ਿਆਦਾ ਘੱਟ ਹੁੰਦੀ ਸੀ, ਜਿਸ ਕਾਰਨ ਇਹਨਾਂ ਆਦੀਵਾਸੀ ਮਜ਼ਦੂਰਾਂ ਨੇ ਆਪਣਾ ਗੁਜ਼ਾਰਾ ਚਲਾਉਣ ਦੇ ਲਈ ਪੈਸਾ ਉਧਾਰ ਲੈਣਾ ਸ਼ੁਰੂ ਕਰ ਦਿੱਤਾ ਅਤੇ ਉਹ ਆਰਥਿਕ ਮੰਦਹਾਲੀ ਦੇ ਹੋਰ ਵੀ ਜ਼ਿਆਦਾ ਸ਼ਿਕਾਰ ਹੋ ਗਏ। ਦੂਸਰੇ ਪਾਸੇ ਆਦੀਵਾਸੀਆਂ ਦੇ ਹੱਥੋਂ ਜਦੋਂ ਉਹਨਾਂ ਦੇ ਜੰਗਲ ਖੁੱਸ ਗਏ ਤਾਂ ਉਹਨਾਂ ਦਾ ਜੀਵਨ ਵੈਸੇ ਹੀ ਕਾਫੀ ਦੁਰਦਸ਼ਾ ਦੇ ਵਿੱਚ ਸ਼ੁਰੂ ਹੋ ਗਿਆ। ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਕਈ ਸਾਰੀਆਂ ਲਗਾਨ ਨੀਤੀਆਂ ਦੇ ਵਿੱਚ ਸੋਧ ਕੀਤੀ ਅਤੇ ਜੰਗਲਾਂ ਦਾ ਜੋ ਇਲਾਕਾ ਸੀ ਉਸ ਨੂੰ ਕੱਟ ਕੇ ਉੱਥੋਂ ਦੀ ਜੋ ਲੱਕੜ ਸੀ ਉਸ ਨੂੰ ਕਈ ਹੋਰ ਉਦਯੋਗ ਧੰਦਿਆਂ ਦੇ ਵਿੱਚ ਵਰਤ ਕੇ ਜੰਗਲਾਂ ਦਾ ਜੋ ਰਕਬਾ ਸੀ ਉਸ ਨੂੰ ਘਟਾ ਦਿੱਤਾ। ਇਹਨਾਂ ਉਦਯੋਗਾਂ ਦੇ ਵਿੱਚੋਂ ਇੱਕ ਸੀ ਰੇਲਵੇ ਲਾਈਨਾਂ ਵਿਛਾਉਣਾ। ਰੇਲਵੇ ਲਾਈਨਾਂ ਵਿਛਾਉਣ ਦੇ ਲਈ ਬਹੁਤ ਭਾਰੀ ਮਾਤਰਾ ਦੇ ਵਿੱਚ ਜੋ ਜੰਗਲ ਸਨ ਉਹਨਾਂ ਦੀ ਕਟਾਈ ਕੀਤੀ ਗਈ, ਕਿਉਂਕਿ ਇਹਨਾਂ ਜੰਗਲਾਂ ਦੀ ਲੱਕੜ ਦੇ ਨਾਲ ਹੀ ਰੇਲਵੇ ਲਾਈਨਾਂ ਦੇ ਜੋ ਪੁਲ ਸਨ ਉਹ ਵਿਛਾਏ ਗਏ ਅਤੇ ਰੇਲਵੇ ਲਾਈਨਾਂ ਦੇ ਨੀਚੇ ਜੋ ਸਲੀਪਰ ਹੁੰਦੇ ਹਨ ਉਹ ਵਿਛਾਏ ਗਏ। ਇਸ ਨਾਲ ਆਦੀਵਾਸੀਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ। ਆਦੀਵਾਸੀ ਆਪਣੀਆਂ ਹਰ ਇੱਕ ਜ਼ਰੂਰਤ ਦੇ ਲਈ ਜੰਗਲਾਂ ਦੇ ਉੱਪਰ ਨਿਰਭਰ ਕਰਦੇ ਸਨ, ਪਰੰਤੂ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਇਹਨਾਂ ਜੰਗਲਾਂ ਦੀ ਵੱਡੇ ਪੱਧਰ 'ਤੇ ਕਟਾਈ ਹੋਣ ਦੇ ਬਾਵਜੂਦ ਜੋ ਜੰਗਲ ਸਨ ਉਹਨਾਂ ਦਾ ਇਲਾਕਾ ਬਹੁਤ ਜ਼ਿਆਦਾ ਛੋਟਾ ਪੈ ਗਿਆ ਸੀ। ਜੋ ਆਦੀਵਾਸੀ ਸਨ ਉਹ ਇਹਨਾਂ ਸਮਾਜਿਕ ਅਤੇ ਆਰਥਿਕ ਤਬਦੀਲੀਆਂ ਨੂੰ ਸਵੀਕਾਰ ਨਹੀਂ ਕਰਦੇ ਸਨ। ਉਹ ਪੂਰੀ ਤਰ੍ਹਾਂ ਨਾਲ ਜੋ ਬਰਤਾਨਵੀ ਹਕੂਮਤ ਹੈ ਉਸ ਦੇ ਨਵੇਂ ਪ੍ਰਬੰਧ ਦੇ ਵਿਰੁੱਧ ਹੋ ਗਏ ਸਨ। ਇਸ ਦਾ ਸਿੱਟਾ ਇਹ ਨਿਕਲਿਆ ਕਿ ਬਹੁਤ ਸਾਰੇ ਕਬੀਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਕਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਵਿੱਚ ਕਿ ਕਬੀਲੇ ਦੇ ਲੋਕ ਇਕੱਠੇ ਹੁੰਦੇ ਸਨ ਅਤੇ ਅੰਗਰੇਜ਼ੀ ਰਾਜ ਨੂੰ ਖਤਮ ਕਰਨ ਦੀਆਂ ਜੋ ਸਕੀਮਾਂ ਸਨ ਉਹ ਲੜਾਉਂਦੇ ਸਨ। ਇਸ ਕੜੀ ਦੇ ਵਿੱਚ ਅਸੀਂ ਪੜ੍ਹਾਂਗੇ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੰਗਰੇਜ਼ੀ ਰਾਜ ਦੇ ਵਿਰੁੱਧ ਕਈ ਜਗ੍ਹਾ 'ਤੇ ਵਿਦਰੋਹ ਹੋਏ। ਮੱਧ ਪ੍ਰਦੇਸ਼ ਦੇ ਵਿੱਚ ਭੀਲ ਲੋਕਾਂ ਨੇ, ਬਿਹਾਰ ਦੇ ਵਿੱਚ ਮੁੰਡਾ ਲੋਕਾਂ ਨੇ, ਉੜੀਸਾ ਦੇ ਵਿੱਚ ਗੌਂਡ ਲੋਕਾਂ ਨੇ, ਮੇਘਾਲਿਆ ਦੇ ਵਿੱਚ ਖਾਸਿਸ ਲੋਕਾਂ ਨੇ ਅਤੇ ਬਿਹਾਰ ਬੰਗਾਲ ਦੇ ਵਿੱਚ ਸੰਥਾਲ ਲੋਕਾਂ ਨੇ ਭਾਰੀ ਵਿਦਰੋਹ ਕੀਤਾ। ਮੇਰਾ ਖਿਆਲ ਹੈ ਵੀ ਨਕਸ਼ੇ ਦੇ ਉੱਪਰ ਆਪਾਂ ਪਹਿਲਾਂ ਇਹਨਾਂ ਇਲਾਕਿਆਂ ਨੂੰ ਦੇਖ ਚੁੱਕੇ ਹਾਂ ਕਿ ਭੀਲਾਂ ਦਾ ਇਲਾਕਾ ਕਿੱਥੇ ਹੈ, ਮੁੰਡਾ ਲੋਕਾਂ ਦਾ ਇਲਾਕਾ ਕਿੱਥੇ ਹੈ ਅਤੇ ਗੌਂਡ ਲੋਕ ਅਤੇ ਸੰਥਾਲ ਲੋਕ। ਇਸ ਤੋਂ ਇਲਾਵਾ ਜੋ ਮੇਘਾਲਿਆ ਜਾਂ ਉੱਤਰ ਪੂਰਬ ਦੇ ਰਾਜ ਹਨ ਉਹਨਾਂ ਦੇ ਵਿੱਚ ਜੋ ਵਸਣ ਵਾਲੇ ਕਬੀਲੇ ਹਨ ਉਹਨਾਂ ਨੂੰ ਵੀ ਅਸੀਂ ਨਕਸ਼ੇ ਦੇ ਉੱਪਰ ਦੇਖ ਚੁੱਕੇ ਹਾਂ। ਉੱਤਰ ਪੂਰਬੀ ਖੇਤਰ ਵਿੱਚ ਕਬਾਇਲੀ ਲੋਕਾਂ ਦੁਆਰਾ ਵਿਦਰੋਹ। ਉੱਤਰ ਪੂਰਬ ਜਿਸ ਦੇ ਵਿੱਚ 7 ਸਿਸਟਰਸ ਸ਼ਾਮਲ ਹਨ, ਉੱਥੇ ਜੋ ਖਾਸਿਸ ਕਬੀਲਾ ਸੀ ਉਸ ਦੇ ਦੁਆਰਾ ਪਹਿਲਾ ਵਿਦਰੋਹ ਸ਼ੁਰੂ ਕੀਤਾ ਗਿਆ। ਪੂਰਬ ਵਿੱਚ ਜੈਤੀਆ ਪਹਾੜੀਆਂ ਤੋਂ ਲੈ ਕੇ ਪੱਛਮ ਵੱਲ ਗਾਰੋ ਦੀਆਂ ਪਹਾੜੀਆਂ ਤੱਕ ਜੋ ਕਿ ਮੇਘਾਲਿਆ ਦੇ ਵਿੱਚ ਫੈਲੀਆਂ ਹੋਈਆਂ ਹਨ, ਉੱਥੇ ਖਾਸਿਸ ਕਬੀਲੇ ਦਾ ਅਧਿਕਾਰ ਸੀ। ਇਹ ਇੱਕ ਨਕਸ਼ਾ ਹੈ, ਇਸ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਮੇਘਾਲਿਆ ਦੇ ਵਿੱਚ ਮਾਰਕ ਕੀਤਾ ਹੋਇਆ ਹੈ ਤੁਹਾਡੇ ਸਾਹਮਣੇ। ਗਾਰੋ ਅਤੇ ਜੈਤੀਆ ਜੋ ਪਹਾੜੀਆਂ ਹਨ ਉਸ ਨੂੰ ਇਸ ਨਕਸ਼ੇ ਦੇ ਜ਼ਰੀਏ ਮਾਰਕ ਕੀਤਾ ਗਿਆ ਹੈ। ਇਸ ਪੂਰੇ ਇਲਾਕੇ ਦੇ ਵਿੱਚ ਜੋ ਖਾਸਿਸ ਕਬੀਲਾ ਹੈ ਉਸ ਦਾ ਅਧਿਕਾਰ ਸਥਾਪਿਤ ਸੀ। ਇਹ ਮੇਘਾਲਿਆ ਦੇ ਵਿੱਚ ਇੱਕ ਇਲਾਕਾ ਹੈ ਜਿਸ ਨੂੰ ਫੁੱਲ ਮੈਪ ਦੇ ਉੱਪਰ ਤੁਸੀਂ ਬੰਗਲਾਦੇਸ਼ ਦੇ ਉੱਪਰ ਜਾ ਕੇ ਦੇਖ ਸਕਦੇ ਹੋ। ਇਸ ਦੇ ਬਾਰੇ 'ਚ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇੱਕ ਵਾਰ ਉਸੇ ਨਕਸ਼ੇ ਨੂੰ ਦੁਬਾਰਾ ਦੇਖ ਲਵੋ। ਇਹ ਦੇਖੋ ਮਾਰਕ ਕੀਤਾ ਹੋਇਆ ਗਾਰੋ, ਜੈਤੀਆ ਅਤੇ ਖਾਸੀ ਵਿਚਕਾਰ ਇਹ ਖਾਸਿਸ ਇਲਾਕਾ ਹੈ ਜਿੱਥੇ ਕਿ ਖਾਸਿਸ ਕਬੀਲੇ ਦੇ ਲੋਕਾਂ ਦਾ ਅਧਿਕਾਰ ਹੁੰਦਾ ਸੀ। ਮੇਰਾ ਖਿਆਲ ਹੈ ਵੀ ਸਾਰੇ ਬੱਚਿਆਂ ਨੂੰ ਇਹ ਨਕਸ਼ੇ ਦੇ ਜ਼ਰੀਏ ਉਹ ਇਲਾਕਾ ਚੰਗੀ ਤਰ੍ਹਾਂ ਨਾਲ ਸਮਝ ਆ ਗਿਆ ਹੋਵੇਗਾ ਜਿੱਥੋਂ ਦੇ ਅਸੀਂ ਵਿਦਰੋਹ ਦੀ ਇੱਥੇ ਅਸੀਂ ਚਰਚਾ ਕਰਨ ਜਾ ਰਹੇ ਹਾਂ। ਇਸ ਇਲਾਕੇ ਦੇ ਲੋਕਾਂ ਨੇ ਬਾਹਰੀ ਲੋਕਾਂ ਨੂੰ ਭਜਾਉਣਾ ਚਾਹਿਆ। 5 ਮਈ 1829 ਈਸਵੀ ਨੂੰ ਖਾਸਿਸ ਕਬੀਲੇ ਦੇ ਲੋਕਾਂ ਨੇ ਗਾਰੋ ਕਬੀਲੇ ਦੇ ਸਹਾਇਤਾ ਨਾਲ ਬਹੁਤ ਸਾਰੇ ਯੂਰੋਪੀਅਨ ਤੇ ਬੰਗਾਲੀਆਂ ਨੂੰ ਮਾਰ ਦਿੱਤਾ। ਯੂਰੋਪੀਅਨ ਕਲੋਨੀਆਂ ਨੂੰ ਅੱਗ ਲਗਾ ਦਿੱਤੀ ਗਈ। ਤੀਰਥ ਸਿੰਘ ਇੱਕ ਹੋਰ ਪਹਾੜੀ ਕਬੀਲਿਆਂ ਜਿਵੇਂ ਕਿ ਪੋਰਟਸ, ਸਿੰਘਫੋਸ ਆਦਿ ਕਬੀਲਿਆਂ ਨੂੰ ਵੀ ਵਿਦੇਸ਼ੀ ਪ੍ਰਸ਼ਾਸਨ ਤੋਂ ਮੁਕਤ ਕਰਾਉਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਆਪਣੇ 10,000 ਸਾਥੀਆਂ ਦੀ ਸਹਾਇਤਾ ਨਾਲ ਬਰਤਾਨਵੀ ਹਕੂਮਤ ਲਈ ਮੁਸ਼ਕਲ ਪੈਦਾ ਕਰ ਦਿੱਤੀ ਸੀ। ਦੂਜੇ ਪਾਸੇ ਬਰਤਾਨਵੀ ਸੈਨਿਕਾਂ ਨੇ ਖਾਸਿਸ ਪਿੰਡਾਂ ਨੂੰ ਇੱਕ ਕਰਕੇ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਅੰਤ ਵਿੱਚ 1833 ਈਸਵੀ ਵਿੱਚ ਤੀਰਥ ਸਿੰਘ ਨੇ ਬਰਤਾਨਵੀ ਸੈਨਾ ਅੱਗੇ ਹਥਿਆਰ ਸੁੱਟ ਦਿੱਤੇ। ਜਦੋਂ ਬਰਤਾਨਵੀ ਸੈਨਿਕ ਖਾਸਿਸ ਕਬੀਲੇ ਦੇ ਵਿਦਰੋਹ ਦਾ ਸਾਹਮਣਾ ਕਰ ਰਹੇ ਸਨ ਤਾਂ ਉਸੇ ਸਮੇਂ ਇੱਕ ਹੋਰ ਪਹਾੜੀ ਕਬੀਲਾ ਸਿੰਘਫੋਸ ਨੇ ਬਗਾਵਤ ਕਰ ਦਿੱਤੀ। ਹੁਣ ਖਾਸੀ ਅਤੇ ਸਿੰਘਫੋਸ ਕਬੀਲੇ ਨੇ ਮਿਲ ਕੇ ਹੋਰ ਕਬੀਲਿਆਂ ਜਿਵੇਂ ਕਿ ਖਾਸਤੀਮ, ਗਾਰੋ, ਨਾਗਾ ਆਦਿ ਕਬੀਲਿਆਂ ਨੂੰ ਵੀ ਬਗਾਵਤ ਕਰਨ ਦਾ ਸੱਦਾ ਦਿੱਤਾ। ਇੱਥੇ ਨਕਸ਼ੇ ਦੇ ਜ਼ਰੀਏ ਤੁਸੀਂ ਉਹਨਾਂ ਸਾਰੇ ਹੀ ਕਬੀਲਿਆਂ ਨੂੰ ਇੱਕ ਵਾਰ ਫੇਰ ਇੱਥੇ ਦੇਖ ਸਕਦੇ ਹੋ। ਨਕਸ਼ੇ ਨੂੰ ਪੌਜ਼ ਕਰਕੇ ਤੁਸੀਂ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹੋ ਕਿ ਕਿੱਥੇ ਕਿਹੜੇ ਕਬੀਲੇ ਦਾ ਇਲਾਕਾ ਸਥਾਪਿਤ ਸੀ। ਇਸ ਨਕਸ਼ੇ ਦੀ ਮਦਦ ਦੇ ਨਾਲ ਤੁਸੀਂ ਇਹਨਾਂ ਕਬੀਲਿਆਂ ਦੀ ਜੋ ਰੀਅਲ ਲੋਕੇਸ਼ਨ ਹੈ ਉਸ ਨੂੰ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹੋ। ਇਹਨਾਂ ਕਬੀਲਿਆਂ ਦੇ ਜੋ ਆਦੀਵਾਸੀ ਸਨ ਉਹ ਬਰਤਾਨਵੀ ਫੌਜ ਦੀ ਜੋ ਮਾਡਰਨ ਫੌਜ ਸੀ ਉਸ ਦੇ ਉੱਪਰ ਉਹਨਾਂ ਨੇ ਹਮਲਾ ਤਾਂ ਕਰ ਦਿੱਤਾ ਤੇ ਕਈ ਅੰਗਰੇਜ਼ਾਂ ਨੂੰ ਮਾਰ ਵੀ ਦਿੱਤਾ, ਪਰ ਅਖੀਰ ਵਿੱਚ ਬਰਤਾਨਵੀ ਸੈਨਾ ਦੇ ਜੋ ਆਧੁਨਿਕ ਹਥਿਆਰ ਸਨ ਉਹਨਾਂ ਦਾ ਉਹ ਮੁਕਾਬਲਾ ਨਹੀਂ ਕਰ ਸਕੇ। 1839 ਈਸਵੀ ਵਿੱਚ ਸਿੰਘਫੋਸ ਕਬੀਲੇ ਨੇ ਦੁਬਾਰਾ ਫਿਰ ਵਿਦਰੋਹ ਸ਼ੁਰੂ ਕਰ ਦਿੱਤਾ।
ਇਸ ਨੇ ਰਾਜਨੀਤਿਕ ਦੂਤ ਕਰਨਲ ਵਾਈਟ ਅਤੇ ਹੋਰ ਅੰਗਰੇਜ਼ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ। 1844 ਈਸਵੀ ਵਿੱਚ ਇੱਕ ਹੋਰ ਕਬੀਲੇ ਨਾਗਾ ਕਬੀਲੇ ਨੇ ਉਹ ਦੇਸ਼ ਦੇ ਉੱਤਰ ਪੂਰਬੀ ਇਲਾਕੇ ਦੇ ਵਿੱਚ ਵਿਦਰੋਹ ਸ਼ੁਰੂ ਕਰ ਦਿੱਤਾ, ਜੋ ਕਿ 2-3 ਸਾਲ ਤੱਕ ਚੱਲਦਾ ਰਿਹਾ। ਇਸ ਤੋਂ ਇਲਾਵਾ ਇੱਕ ਹੋਰ ਕਬੀਲੇ ਕੁਕੀ ਕਬੀਲੇ ਨੇ ਵੀ ਵਿਦਰੋਹ ਸ਼ੁਰੂ ਕਰ ਦਿੱਤਾ, ਜੋ ਕਿ 1826, 1844 ਅਤੇ 1849 ਈਸਵੀ ਤੱਕ ਚੱਲਦਾ ਰਿਹਾ। ਇਸ ਵਿਦਰੋਹ ਦੇ ਵਿੱਚ ਕੁਕੀ ਕਬੀਲੇ ਦੇ ਲੋਕਾਂ ਨੇ ਕਈ ਵੱਡੇ ਅੰਗਰੇਜ਼ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਇਲਾਵਾ ਇਸ ਕਬੀਲੇ ਦੇ ਲੋਕਾਂ ਦੀ ਜੋ ਗਿਣਤੀ ਸੀ ਉਹ ਲਗਭਗ 7000 ਸੀ ਅਤੇ ਇਹਨਾਂ ਨੇ ਬਰਤਾਨਵੀ ਅਧਿਕਾਰੀਆਂ ਨੂੰ ਕਾਫੀ ਵੱਡੀ ਟੱਕਰ ਦਿੱਤੀ। ਅਖੀਰ ਵਿੱਚ ਬਰਤਾਨਵੀ ਹਕੂਮਤ ਨੇ ਕੁਕੀ ਕਬੀਲੇ ਦੇ ਲੋਕਾਂ ਨੂੰ 1850 ਈਸਵੀ ਵਿੱਚ ਹਰਾ ਕੇ ਵਿਦਰੋਹ ਨੂੰ ਸ਼ਾਂਤ ਕਰ ਦਿੱਤਾ। ਇੱਕ ਵਾਰ ਫਿਰ ਨਕਸ਼ੇ ਦੇ ਜ਼ਰੀਏ ਆਪਾਂ ਦੇਸ਼ ਦੇ ਉੱਤਰ ਪੂਰਬੀ ਹਿੱਸੇ ਦੇ ਵਿੱਚ ਹੋਏ ਵੱਖ-ਵੱਖ ਵਿਦਰੋਹਾਂ ਦੇ ਖੇਤਰ ਨੂੰ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਗਾਰੋ, ਖਾਸੀ, ਜੈਤੀਆ, ਕੁਕੀ ਕਬੀਲਾ ਅਤੇ ਜਿੱਥੇ ਨਾਗਾਲੈਂਡ ਲਿਖਿਆ ਹੋਇਆ ਹੈ ਇਹ ਸਾਰੇ ਇਲਾਕੇ ਦੇ ਵਿੱਚ ਨਾਗਾ ਕਬੀਲੇ ਦੇ ਲੋਕ ਰਹਿੰਦੇ ਹਨ। ਮੀਜ਼ੋ ਕਬੀਲੇ ਦੇ ਲੋਕਾਂ ਨੂੰ ਵੀ ਅਲੱਗ ਤੋਂ ਮਾਰਕ ਇੱਥੇ ਕੀਤਾ ਗਿਆ ਹੈ। ਇਸ ਨੂੰ ਤੁਸੀਂ ਦੇਸ਼ ਦਾ ਜੋ ਉੱਤਰ ਪੂਰਬੀ ਹਿੱਸਾ ਹੈ ਉੱਥੇ ਜਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਨਕਸ਼ੇ ਨੂੰ ਭਰ ਸਕਦੇ ਹੋ ਇਸ ਦਿੱਤੇ ਹੋਏ ਨਕਸ਼ੇ ਦੀ ਮਦਦ ਦੇ ਨਾਲ। ਮੇਰਾ ਖਿਆਲ ਹੈ ਵੀ ਸਾਰੇ ਹੀ ਵਿਦਿਆਰਥੀਆਂ ਨੂੰ ਅੱਜ ਦੀ ਇਹ ਐਕਸਪਲੇਨੇਸ਼ਨ ਸਮਝ ਲੱਗੀ ਹੋਵੇਗੀ। ਜੇਕਰ ਤੁਹਾਨੂੰ ਇਹ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਓ ਆਪਣੇ ਹਮਜਮਾਤੀਆਂ ਦੇ ਨਾਲ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਜੋ ਪਿੱਛੇ ਵੀਡੀਓਜ਼ ਬਣੀਆਂ ਹੋਈਆਂ ਨੇ 8ਵੀਂ ਜਮਾਤ ਦੇ ਲਈ ਉਹਨਾਂ ਨੂੰ ਵੀ ਦੇਖ ਸਕਦੇ ਹੋ। ਜੇਕਰ ਤੁਹਾਨੂੰ ਇਹ ਚੰਗਾ ਲੱਗਿਆ ਤਾਂ ਮੈਨੂੰ ਫੀਡਬੈਕ ਵੀ ਜ਼ਰੂਰ ਦਿਓ ਅਤੇ ਤੁਹਾਡਾ ਸਾਰਿਆਂ ਦਾ ਇਸ ਲੈਕਚਰ ਨੂੰ ਸੁਣਨ ਦੇ ਲਈ ਧੰਨਵਾਦ। ਬਾਕੀ ਜੋ ਪਾਰਟ ਹੈ ਅਗਲਾ ਪਾਰਟ ਉਸ ਨੂੰ ਆਪਾਂ ਅਗਲੀ ਕਲਾਸ ਦੇ ਵਿੱਚ ਕਵਰ ਕਰਾਂਗੇ। ਤਦ ਤੱਕ ਦੇ ਲਈ ਪੜ੍ਹਦੇ ਰਹੋ, ਖੁਸ਼ ਰਹੋ। ਗੋਡ ਬਲੈਸ ਯੂ ਆਲ। ਥੈਂਕ ਯੂ।